हाँ जी, ਅੱਜ ਅਸੀਂ ਕਰਨ ਜਾ ਰਹੇ ਹਾਂ 8ਵੀਂ ਜਮਾਤ ਦਾ ਪਾਠ ਨੰਬਰ 9 ਜੰਤੂਆਂ ਵਿੱਚ ਪ੍ਰਜਨਨ। ਪ੍ਰਜਨਨ ਕੀ ਹੈ? ਪ੍ਰਜਨਨ ਇੱਕ ਅਜਿਹੀ ਜੈਵਿਕ ਪ੍ਰਕਿਰਿਆ ਹੈ ਜਿਸ ਵਿੱਚ ਸਜੀਵ ਆਪਣੇ ਵਰਗੇ ਨਵੇਂ ਜੀਵ ਪੈਦਾ ਕਰਦਾ ਹੈ। ਤੁਸੀਂ 7ਵੀਂ ਜਮਾਤ ਵਿੱਚ ਪੜ੍ਹ ਚੁੱਕੇ ਹੋ ਪੌਦਿਆਂ ਵਿੱਚ ਪ੍ਰਜਨਨ। ਇਹ ਦੋ ਤਰ੍ਹਾਂ ਦਾ ਹੁੰਦਾ ਹੈ, ਲਿੰਗੀ ਤੇ ਅਲਿੰਗੀ, ਜਿਸ ਵਿੱਚ ਵੱਖ-ਵੱਖ ਨਰ ਅਤੇ ਮਾਦਾ ਅੰਗਾਂ ਜਾਂ ਦੋਵਾਂ ਚੋਂ ਇੱਕ ਦੀ ਲੋੜ ਹੁੰਦੀ ਹੈ। ਹੁਣ ਅਸੀਂ ਜੰਤੂਆਂ ਵਿੱਚ ਪ੍ਰਜਨਨ ਪੜ੍ਹਨ ਜਾ ਰਹੇ ਹਾਂ। ਤੋ ਇੱਥੇ ਵੀ ਇਹਦੀਆਂ ਦੋ ਮੁੱਖ ਸ਼੍ਰੇਣੀਆਂ ਹਨ, ਲਿੰਗੀ ਪ੍ਰਜਨਨ ਤੇ ਅਲਿੰਗੀ ਪ੍ਰਜਨਨ। ਤੋ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਾਂਗੇ ਲਿੰਗੀ ਪ੍ਰਜਨਨ। ਇਸ ਅਭਿਆਸ ਦੇ ਵਿੱਚ ਆਪਾਂ ਲਿੰਗੀ ਪ੍ਰਜਨਨ ਬਾਰੇ ਵਿਸਤਾਰਪੂਰਵਕ ਚਰਚਾ ਕਰਾਂਗੇ। ਲਿੰਗੀ ਪ੍ਰਜਨਨ ਕੀ ਹੈ? ਲਿੰਗੀ ਪ੍ਰਜਨਨ ਵਿੱਚ ਨਰ ਅਤੇ ਮਾਦਾ ਦੋਵਾਂ ਦੀ ਲੋੜ ਹੁੰਦੀ ਹੈ। ਨਰ ਭਾਵ ਪੁਰਸ਼, ਮਾਦਾ ਭਾਵ ਇਸਤਰੀ। ਇਸ ਵਿੱਚ ਨਰ ਯੁਗਮਕ ਅਤੇ ਮਾਦਾ ਯੁਗਮਕ ਮਿਲ ਕੇ ਯੁਗਮਜ ਜ਼ਾਇਗੋਟ ਬਣਾਉਂਦੇ ਹਨ। ਤੁਸੀਂ ਦੇਖ ਸਕਦੇ ਹੋ ਨਰ ਯੁਗਮਕ ਤੇ ਮਾਦਾ ਯੁਗਮਕ ਆਪਸ 'ਚ ਮਿਲਦੇ ਹਨ ਤੇ ਯੁਗਮਜ ਬਣਦਾ ਹੈ ਅਤੇ ਇਹ ਯੁਗਮਜ ਵਿਕਸਿਤ ਹੋ ਕੇ ਨਵੇਂ ਜੀਵ ਦੇ ਰੂਪ ਵਿੱਚ ਪੈਦਾ ਹੁੰਦੇ ਹਨ। ਹੁਣ ਅਸੀਂ ਗੱਲ ਕਰਾਂਗੇ ਮਨੁੱਖ ਦੇ ਵਿੱਚ ਪ੍ਰਜਨਨ ਦੇ ਲਈ ਮਹੱਤਵਪੂਰਨ ਮਨੁੱਖੀ ਨਰ ਜਣਨ ਅੰਗ ਦੀ। ਮਨੁੱਖੀ ਨਰ ਜਣਨ ਅੰਗ ਦੇ 3 ਮੁੱਖ ਭਾਗ ਹਨ, ਨਰੇਂਦਰੀ, ਪਤਾਲੂ ਤੇ ਸ਼ੁਕਰਾਣੂ ਵਹਿਣੀਆਂ। ਆਓ ਅਸੀਂ ਇਸ ਵੀਡੀਓ ਵਿੱਚ ਦੇਖਦੇ ਹਾਂ ਇਹਨਾਂ ਤਿੰਨਾਂ ਅੰਗਾਂ ਬਾਰੇ। ਹਾਂਜੀ, ਇਹ ਮਨੁੱਖੀ ਨਰ ਜਣਨ ਪ੍ਰਣਾਲੀ ਦਿਖਾਈ ਗਈ ਹੈ। ਸਭ ਤੋਂ ਪਹਿਲਾਂ ਇਹ ਨਰੇਂਦਰੀ ਹੈ, ਜਿਸ ਵਿੱਚੋਂ ਸ਼ੁਕਰਾਣੂਆਂ ਦਾ ਵਹਿਣ ਹੁੰਦਾ ਹੈ ਮਾਦਾ ਸਰੀਰ ਦੇ ਅੰਦਰ। ਉਸ ਤੋਂ ਬਾਅਦ ਇਹਦੇ ਹੇਠਾਂ ਵਾਲਾ ਅੰਗ ਜੋ ਹੈ ਉਹ ਪਤਾਲੂ ਹੁੰਦੇ ਹਨ। ਪਤਾਲੂਆਂ ਵਿੱਚ ਲੱਖਾਂ ਹੀ ਸ਼ੁਕਰਾਣੂਆਂ ਦਾ ਨਿਰਮਾਣ ਹੁੰਦਾ ਹੈ ਜੋ ਕਿ ਨਰ ਯੁਗਮਕ ਹਨ। ਅੱਗੇ ਹੈ ਸ਼ੁਕਰਾਣੂ ਵਹਿਣੀ। ਸ਼ੁਕਰਾਣੂ ਵਹਿਣੀ ਦੋਨਾਂ ਸਾਈਡ ਤੇ ਹੁੰਦੀ ਹੈ। ਸ਼ੁਕਰਾਣੂ ਵਹਿਣੀ ਵਿੱਚ ਕੀ ਹੁੰਦਾ ਹੈ, ਪਤਾਲੂਆਂ ਤੋਂ ਜਿਹੜੇ ਸ਼ੁਕਰਾਣੂ ਪੈਦਾ ਹੁੰਦੇ ਹਨ ਉਹ ਸ਼ੁਕਰਾਣੂ ਵਹਿਣੀ ਤੋਂ ਹੁੰਦੇ ਹੋਏ ਨਰੇਂਦਰੀ ਦੁਆਰਾ ਬਾਹਰ ਆਉਂਦੇ ਹਨ। ਸਾਡੇ ਕੋਲ ਆਪਾਂ ਅੱਗੇ ਗੱਲ ਕਰਾਂਗੇ ਸ਼ੁਕਰਾਣੂ ਦੀ। ਹੁਣ ਬੇਟਾ ਤੁਸੀਂ ਪੜ੍ਹ ਚੁੱਕੇ ਹੋ ਸੈੱਲ ਬਾਰੇ। ਸ਼ੁਕਰਾਣੂ ਜੋ ਮਨੁੱਖੀ ਸਰੀਰ ਦਾ ਸਭ ਤੋਂ ਛੋਟਾ ਸੈੱਲ ਹੈ। ਇਹ ਛੋਟਾ ਹੋਣ ਦੇ ਬਾਵਜੂਦ ਵੀ ਇਸ ਦਾ ਸਿਰ ਹੁੰਦਾ ਹੈ, ਇਸ ਦਾ ਮੱਧ ਭਾਗ ਹੁੰਦਾ ਹੈ ਅਤੇ ਇਸ ਦਾ ਪੂਛ ਵੀ ਹੁੰਦੀ ਹੈ। ਸੋ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਚਿੱਤਰ ਵਿੱਚ ਇਸ ਦਾ ਸਿਰ ਦਿਖਾਇਆ ਗਿਆ ਹੈ, ਇਸ ਦਾ ਮੱਧ ਭਾਗ ਵੀ ਦਿਖਾਇਆ ਗਿਆ ਹੈ ਤੇ ਇਸ ਦੀ ਇਹ ਹੈ ਸਿਰ, ਇਹ ਹੈ ਮੱਧ ਭਾਗ, ਇਹ ਹੈ ਸਾਡੀ ਸ਼ੁਕਰਾਣੂ ਦੀ ਪੂਛ। ਸੋ ਅਸੀਂ ਦੇਖਾਂਗੇ ਇੱਕ ਛੋਟੀ ਜਿਹੀ ਵੀਡੀਓ। ਸ਼ੁਕਰਾਣੂ ਜੋ ਪਤਾਲੂਆਂ ਵਿੱਚ ਪੈਦਾ ਹੋ ਰਹੇ ਹਨ ਕਾਫੀ ਤੇਜ਼ੀ ਨਾਲ ਗਤੀ ਕਰਦੀ। ਇੱਕ ਦੇਖੋ ਇਹ ਸਾਰੇ ਸ਼ੁਕਰਾਣੂ ਹਨ। ਸੋ ਸ਼ੁਕਰਾਣੂ ਜੋ ਹੈ ਉਹ ਮਨੁੱਖੀ ਨਰ ਅੰਗ ਦਾ ਸਭ ਤੋਂ ਛੋਟਾ ਸੈੱਲ ਹੈ। ਅੱਗੇ ਆਪਾਂ ਦੇਖਾਂਗੇ ਮਨੁੱਖੀ ਮਾਦਾ ਜਣਨ ਅੰਗ। ਜਿਸ ਤਰ੍ਹਾਂ ਮਨੁੱਖੀ ਨਰ ਵਿੱਚ ਜਣਨ ਅੰਗ ਦੇ ਭਾਗਾਂ ਬਾਰੇ ਗੱਲ ਕੀਤੀ, ਜਣਨ ਅੰਗਾਂ ਬਾਰੇ ਗੱਲ ਕੀਤੀ, ਉਸੇ ਤਰ੍ਹਾਂ ਮਨੁੱਖੀ ਮਾਦਾ ਦੇ ਵੀ ਮੁੱਖ 3 ਜਣਨ ਅੰਗ ਹਨ, ਅੰਡਕੋਸ਼, ਅੰਡ ਨਿਕਾਸ ਵਹਿਣੀ ਤੇ ਬੱਚੇਦਾਨੀ। ਤੋ ਆਓ ਇਸ ਵੀਡੀਓ ਕਲਿੱਪ ਰਾਹੀਂ ਇਹਨਾਂ ਤਿੰਨਾਂ ਭਾਗਾਂ ਨੂੰ ਸਮਝਦੇ ਹਾਂ। ਸੋ ਇਹ ਚਿੱਤਰ ਵਿੱਚ ਤੁਸੀਂ ਦੇਖ ਰਹੇ ਹੋ, ਸਭ ਤੋਂ ਪਹਿਲਾਂ ਹੈ ਅੰਡਕੋਸ਼।
ਅੰਡਕੋਸ਼ ਵਿੱਚ ਮਨੁੱਖੀ ਮਾਦਾ ਯੁਗਮਕ ਦਾ ਨਿਰਮਾਣ ਹੁੰਦਾ ਹੈ, ਜਿਨ੍ਹਾਂ ਨੂੰ ਅਸੀਂ ਅੰਡਾਣੂ ਕਹਿੰਦੇ ਹਾਂ। ਇਹ ਅੰਡਾਣੂਆਂ ਨੂੰ ਅੰਡ ਨਿਕਾਸ ਵਹਿਣੀ ਤੋਂ ਹਰ ਮਹੀਨੇ ਕਿਸੇ ਇੱਕ ਅੰਡਕੋਸ਼ ਵਿੱਚੋਂ ਅੰਡ ਨਿਕਾਸ ਵਹਿਣੀ ਤੋਂ ਹੁੰਦੇ ਹੋਏ ਵਿਸਰਜਿਤ ਹੋ ਕੇ ਅੰਡ ਨਿਕਾਸ ਵਹਿਣੀ ਤੋਂ ਅੱਗੇ ਜਾਂਦੇ ਹਨ। ਉਸ ਤੋਂ ਬਾਅਦ ਸਾਡੇ ਕੋਲ ਬੱਚੇਦਾਨੀ ਦਿਖਾਈ ਦੇ ਰਹੀ ਹੈ। ਬੱਚੇਦਾਨੀ ਵਿੱਚ ਭਰੂਣ ਦਾ ਵਿਕਾਸ ਹੁੰਦਾ ਹੈ। ਭਰੂਣ ਬਾਰੇ ਆਪਾਂ ਅੱਗੇ ਗੱਲ ਕਰਾਂਗੇ ਨਿਸ਼ੇਚਨ ਤੋਂ ਬਾਅਦ। ਸੋ ਇਹ 3 ਭਾਗ ਸੀ, ਅੰਡਕੋਸ਼, ਅੰਡ ਨਿਕਾਸ ਵਹਿਣੀ ਤੇ ਬੱਚੇਦਾਨੀ। ਅੱਗੇ ਸਾਡੇ ਕੋਲ ਅੰਡਾਣੂਆਂ ਦੀ ਗੱਲ ਕਰਾਂਗੇ, ਜੋ ਕਿ ਮਨੁੱਖੀ ਮਾਦਾ ਯੁਗਮਕ ਹੈ। ਸੋ ਜਿਸ ਤਰ੍ਹਾਂ ਸ਼ੁਕਰਾਣੂ ਜੋ ਕਿ ਨਰ ਯੁਗਮਕ ਸੀ ਤੇ ਮਨੁੱਖੀ ਸਰੀਰ ਦਾ ਸਭ ਤੋਂ ਛੋਟਾ ਸੈੱਲ ਸੀ, ਇਸੇ ਤਰ੍ਹਾਂ ਹੀ ਅੰਡਾਣੂ ਜੋ ਹੈ ਉਹ ਮਨੁੱਖੀ ਮਾਦਾ ਸਰੀਰ ਦਾ ਸਭ ਤੋਂ ਵੱਡਾ ਸੈੱਲ ਹੈ। ਸੋ ਅੰਡਾਣੂ ਦਾ ਇੱਕ ਤੁਸੀਂ ਚਿੱਤਰ ਦੇਖ ਰਹੇ ਹੋ। ਅੰਡਾਣੂ ਵਿੱਚ ਤੁਸੀਂ ਇਸ ਚਿੱਤਰ ਦੇ ਵਿੱਚ ਇਹਦਾ ਕੇਂਦਰਕ ਵੀ ਦੇਖ ਰਹੇ ਹੋ। ਇਹ ਕੇਂਦਰਕ ਦਿਖਾਈ ਦੇ ਰਿਹਾ ਹੈ। ਇਸ ਤੋਂ ਇਲਾਵਾ ਜਿੰਨੇ ਵੀ ਇੱਕ ਸੈੱਲ ਦੇ ਵਿੱਚ ਉਹਦੇ ਨਿਕੜੇ ਅੰਗ ਹੁੰਦੇ ਹਨ, ਉਹ ਸਾਰੇ ਹੀ ਮਾਦਾ ਸੈੱਲ ਦੇ ਵਿੱਚ ਮਾਦਾ ਜਨਨ ਸੈੱਲ ਯਾਨੀ ਕਿ ਯੁਗਮਕ ਤੇ ਨਰ ਯੁਗਮਕ ਸ਼ੁਕਰਾਣੂ ਦੇ ਵਿੱਚ ਹੁੰਦੇ ਹਨ। ਸੋ ਅੱਗੇ ਆਪਾਂ ਗੱਲ ਕਰਾਂਗੇ ਨਿਸ਼ੇਚਨ ਦੀ। ਸੋ ਲਿੰਗੀ ਪ੍ਰਜਨਨ ਬਾਰੇ ਗੱਲ ਕਰ ਰਹੇ ਹਾਂ। ਸੋ ਮਨੁੱਖ ਦੇ ਵਿੱਚ ਲਿੰਗੀ ਪ੍ਰਜਨਨ ਕਿਵੇਂ ਹੁੰਦਾ ਹੈ, ਇਹ ਗੱਲ ਕਰ ਰਹੇ ਹਾਂ ਆਪਾਂ। ਹੁਣ ਤੱਕ ਮਨੁੱਖੀ ਜਨਨ ਅੰਗ ਵਿੱਚ ਨਰ ਜਨਨ ਅੰਗ ਤੇ ਮਾਦਾ ਜਨਨ ਅੰਗ ਦੀ ਗੱਲ ਕੀਤੀ। ਉਸ ਤੋਂ ਬਾਅਦ ਜਦੋਂ ਸ਼ੁਕਰਾਣੂ ਤੇ ਅੰਡਾਣੂ ਆਪਸ ਵਿੱਚ ਮਿਲਦੇ ਹਨ ਤਾਂ ਇਹਨਾਂ ਦੇ ਸੰਯੋਜਨ ਜੋ ਹੈ ਉਹ ਨਿਸ਼ੇਚਨ ਅਖਵਾਉਂਦਾ ਹੈ। ਸੋ ਆਪਾਂ ਇਸ ਵੀਡੀਓ ਵਿੱਚ ਦੇਖਾਂਗੇ, ਬਹੁਤ ਵਧੀਆ ਦਿਖਾਇਆ ਗਿਆ ਹੈ। ਇਹ ਤੁਸੀਂ ਦੇਖ ਸਕਦੇ ਹੋ, ਇਹ ਵੱਡਾ ਗੋਲਾਕਾਰ ਜੋ ਸ਼ੇਪ ਹੈ ਤੁਸੀਂ ਪਿੱਛੇ ਦੇਖਿਆ, ਇਹ ਕੀ ਹੈ? ਅੰਡਾਣੂ ਹੈ। ਤੋ ਦੂਜੀ ਰਚਨਾ ਜੋ ਛੋਟੀ ਤਿੱਖੀ ਰਚਨਾ ਸੂਈ ਵਰਗੀ, ਉਹ ਕੀ ਹੈ? ਸ਼ੁਕਰਾਣੂ, ਜੋ ਕਿ ਬਹੁਤ ਛੋਟਾ ਸੈੱਲ ਹੈ। ਜਦੋਂ ਇਹ ਦੋਨੇ ਆਪਸ 'ਚ ਮਿਲਦੇ ਹਨ, ਜਦੋਂ ਨਰ ਤੇ ਮਾਦਾ ਦਾ ਸੰਯੋਗ ਹੁੰਦਾ ਹੈ ਤਾਂ ਨਿਸ਼ੇਚਨ ਹੁੰਦਾ ਹੈ। ਦੇਖੋ, ਅੰਡਾਣੂ ਵਿੱਚ ਸ਼ੁਕਰਾਣੂ ਜੋ ਹੈ ਉਹ ਮਿਲ ਗਿਆ ਹੈ। तो ये है निषेचन, that is called fertilization। एक बार फिर देख सकते हो तुसी। सो अगे हो साडे को निषेचन दे भी दो भाग आ गए, अंदरूनी निषेचन ते बाहरी निषेचन। जिहड़ा साडे मनुख दे विच ते होर भी बहुत सारे जंतुओं दे विच, कुत्ता, बिल्ली, गां, मझ, मुर्गी दे विच जो निषेचन हुंदा है वो मादा शरीर दे अंदर हुंदा है। जो निषेचन मादा शरीर दे अंदर होवे उन्हां नूं आपां उस निषेचन नूं अंदरूनी निषेचन आखदे हां। सो साडे कोल मनुख दे विच गां ते कुत्ते दा चित्र दिखाया गया है, ते मुर्गी ते होर भी बहुत सारे थणधारी जीव जो हैं उन्हां विच अंदरूनी निषेचन हुंदा है। तो इस मादा शरीर दे अंदर हुंदा है, भाव बच्चे का जन्म मादा शरीर दे अंदर हुंदा है। अगे है साडे कोल बाहरी निषेचन। तो बाहरी निषेचन अजिहा निषेचन है जिहड़ा मादा शरीर दे बाहर हुंदा है। इहदी एक उदाहरण डड्डू है। इस तो इलावा जिन्ने भी जल दे प्राणी हैं, मच्छियां हैं, स्टारफिशस, उन्हां दे विच बाहरी निषेचन हुंदा है। इहदे विच की हुंदा है, आपां जे एक डड्डू दी एग्जांपल लईए तां डड्डू जो मादा डड्डू है वो बहुत सारे अंडे वगदे हुए पानी विच दिंदी है। इहदे ते जो डड्डू है वो अपने शुक्राणु, मादा नर डड्डू अपने शुक्राणु छड्डदा है। इन्हां विचों कोई शुक्राणु किसी
ਅੰਡੇ ਨਾਲ ਮਿਲਦਾ ਹੈ ਤਾਂ ਉਹ ਦਾ ਨਿਸ਼ੇਚਨ ਸ਼ੁਰੂ ਹੁੰਦਾ ਹੈ, ਜਿਸ ਤੋਂ ਬਾਅਦ ਨਵੇਂ ਡੱਡੂ ਦਾ ਵਿਕਾਸ ਹੋਣਾ ਸ਼ੁਰੂ ਹੁੰਦਾ ਹੈ। ਉਹਦੇ ਬਾਰੇ ਆਪਾਂ ਅੱਗੇ ਗੱਲ ਕਰਾਂਗੇ। ਸੋ ਇਸ ਤਰ੍ਹਾਂ ਦੇ ਜਾਨਵਰ ਜੋ ਹਨ, ਇਸ ਤਰ੍ਹਾਂ ਦੇ ਜੀਵ, ਪਾਣੀ ਵਾਲੇ ਜੀਵ ਤੇ ਸਾਰੇ ਹੀ ਪਾਣੀ ਵਾਲੇ ਜੀਵ ਲਗਭਗ ਬਾਹਰੀ ਨਿਸ਼ੇਚਨ ਕਰਦੇ ਹਨ। ਉਸ ਤੋਂ ਬਾਅਦ ਹੈ ਸਾਡੇ ਕੋਲ ਭਰੂਣ ਦਾ ਵਿਕਾਸ। ਇਹ ਆਪਾਂ ਮਨੁੱਖੀ ਸਰੀਰ ਦੀ ਐਗਜ਼ਾਮਪਲ ਲਈ ਹੈ, ਭਰੂਣ ਦਾ ਵਿਕਾਸ ਕਿਵੇਂ ਹੁੰਦਾ ਹੈ। ਹਾਂਜੀ, ਤੁਸੀਂ ਦੇਖ ਰਹੇ ਹੋ, ਸਭ ਤੋਂ ਪਹਿਲਾਂ ਯੁਗਮਜ ਬਣਿਆ ਸੀ। ਨਿਸ਼ੇਚਨ ਹੋਣ 'ਤੇ ਯੁਗਮਜ ਬਹੁਤ ਸਾਰੇ ਸੈੱਲਾਂ ਵਿੱਚ ਤਬਦੀਲ ਹੋਣਾ ਸ਼ੁਰੂ ਹੋਇਆ। ਇਸ ਤੋਂ ਬਾਅਦ ਇਹ ਛੋਟੇ ਛੋਟੇ ਸੈੱਲਾਂ ਤੋਂ ਤਬਦੀਲ ਹੋਣ ਤੋਂ ਬਾਅਦ ਇਹ ਟਿਸ਼ੂਆਂ ਦੇ ਵਿੱਚ ਵਿਕਸਿਤ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਟਿਸ਼ੂਆਂ ਦੇ ਵਿੱਚ ਵਿਕਸਿਤ ਹੋਣਾ ਸ਼ੁਰੂ ਹੁੰਦਾ ਹੈ ਤਾਂ ਇਹ ਬੱਚੇਦਾਨੀ ਵਿੱਚ ਜਾ ਕੇ ਉਸ ਦੀ ਦੀਵਾਰ ਦੇ ਨਾਲ ਚਿਪਕ ਜਾਂਦਾ ਹੈ। ਸੋ ਬੱਚੇਦਾਨੀ ਦੇ ਦੀਵਾਰ ਦੇ ਨਾਲ ਭਰੂਣ ਜੋ ਹੈ ਉਸ ਦਾ ਇੱਥੋਂ ਵਿਕਾਸ ਹੋਣਾ ਸ਼ੁਰੂ ਹੁੰਦਾ ਹੈ, ਭਾਵ ਉਹਦੀ ਅੱਗੋਂ ਸ਼ੇਪ ਬਣਨੀ ਸ਼ੁਰੂ, ਅੰਗਾਂ ਦਾ ਵਿਕਾਸ ਹੋਣਾ ਸ਼ੁਰੂ ਹੁੰਦਾ ਹੈ। ਉਹ ਆਪਾਂ ਅੱਗੇ ਦੇਖਦੇ ਹਾਂ। ਹਾਂਜੀ, ਭਰੂਣ ਤੋਂ ਬੱਚੇ ਦਾ ਜਨਮ। ਸੋ ਸਭ ਤੋਂ ਪਹਿਲਾਂ ਆਪਾਂ ਪਿਛਲੀ ਸਲਾਈਡ 'ਚ ਇੱਥੇ ਦੇਖ ਚੁੱਕੇ ਹਾਂ, ਇਹ ਯੁਗਮਜ ਸੀ, ਜ਼ਾਇਗੋਟ, ਐਂਬਰੀਓ, ਜਿਹੜਾ ਭਰੂਣ ਬੱਚੇਦਾਨੀ ਦੀ ਦੀਵਾਰ ਨਾਲ ਲੱਗ ਕੇ ਵਿਕਸਿਤ ਹੋਣਾ ਸ਼ੁਰੂ ਹੋ ਗਿਆ। ਹੁਣ ਇਹ ਆਪਾਂ ਇੱਥੇ ਤੱਕ ਪਿਛਲੀ ਸਲਾਈਡ 'ਚ ਦੇਖ ਲਿਆ। ਹੁਣ ਆਪਾਂ ਦੇਖਦੇ ਹਾਂ ਫੀਟਸ ਕੀ ਹੈ। ਅਸਲ ਵਿੱਚ ਜਦੋਂ ਬੱਚੇਦਾਨੀ ਦੀ ਦੀਵਾਰ ਵਿੱਚ ਟਿਸ਼ੂਆਂ ਦਾ ਵਿਕਾਸ ਹੋ ਕੇ ਬੱਚੇਦਾਨੀ ਦੀ ਦੀਵਾਰ ਵਿੱਚ ਚਿਪਕ ਜਾਂਦਾ ਹੈ, ਭਰੂਣ ਚਿਪਕ ਜਾਂਦਾ ਹੈ, ਉਹਦਾ ਅੱਗੇ ਉਹਦੇ ਅੰਗ ਬਣਨੇ ਸ਼ੁਰੂ ਹੁੰਦੇ ਹਨ। ਹੱਥ, ਪੈਰ, ਮੂੰਹ, ਅੱਖ, ਕੰਨ, ਨੱਕ, ਸਾਰੇ ਹੀ ਮਨੁੱਖੀ ਸਰੀਰ ਦੇ ਅੰਗ ਬਣਨੇ ਸ਼ੁਰੂ ਹੁੰਦੇ ਹਨ। ਅਤੇ ਜਦੋਂ ਉਹਦੇ ਅੰਗ ਪੂਰੀ ਤਰ੍ਹਾਂ ਵਿਕਸਿਤ ਹੋ ਜਾਂਦੇ ਹਨ, ਉਦੋਂ ਉਹਨੂੰ ਆਪਾਂ ਫੀਟਸ ਆਖਦੇ ਹਾਂ। ਉਦੋਂ ਉਹਨੂੰ ਆਪਾਂ ਕੀ ਆਖਦੇ ਹਾਂ? ਫੀਟਸ। ਸੋ ਫੀਟਸ ਦਾ ਭਾਵ ਹੈ ਕਿ ਜੋ ਮਾਂ ਦਾ ਗਰਭ ਕਾਲ ਹੈ ਉਹ ਪੂਰਾ ਹੋ ਚੁੱਕਾ ਹੈ। ਉਸ ਤੋਂ ਬਾਅਦ ਇੱਕ ਨਵ ਸ਼ਿਸ਼ੂ ਦਾ ਜਨਮ ਹੁੰਦਾ ਹੈ। ਸੋ ਇਸ ਤਰ੍ਹਾਂ ਭਰੂਣ ਤੋਂ ਬੱਚੇ ਦਾ ਜਨਮ ਹੁੰਦਾ ਹੈ। ਹਾਂਜੀ ਬੇਟਾ, ਤੁਸੀਂ ਹੁਣ ਦੇਖਿਆ ਹੋਵੇਗਾ ਕਿ ਕੁਛ ਜੀਵ ਅਜਿਹੇ ਵੀ ਹਨ ਜੋ ਬੱਚੇ ਨਹੀਂ ਦਿੰਦੇ, ਭਾਵ ਉਹਨਾਂ ਦੇ ਅੰਡੇ ਸਰੀਰ ਤੋਂ ਬਾਹਰ ਆਉਂਦੇ ਹਨ ਅਤੇ ਕੁਛ ਦਿਨਾਂ ਤੋਂ ਬਾਅਦ ਉਹ ਬੱਚਿਆਂ ਦੇ ਰੂਪ ਵਿੱਚ ਬਦਲਦੇ ਹਨ। ਆਪਾਂ ਇੱਕ ਉਦਾਹਰਨ ਲੈਂਦੇ ਹਾਂ ਮੁਰਗੀ ਦੀ। ਮੁਰਗੀ ਵਿੱਚ ਕੀ ਹੁੰਦਾ ਹੈ? ਨਿਸ਼ੇਚਨ ਤੋਂ ਤੁਰੰਤ ਬਾਅਦ ਹੀ ਯੁਗਮਜ ਲਗਾਤਾਰ ਵਿਭਾਜਿਤ ਹੁੰਦਾ ਰਹਿੰਦਾ ਹੈ ਅਤੇ ਅੰਡ ਨਿਕਾਸ ਵਹਿਣੀ ਵਿੱਚ ਹੇਠਾਂ ਵੱਲ ਵੱਧਦਾ ਹੈ। ਜਿਵੇਂ ਹੀ ਹੇਠਾਂ ਵੱਲ ਆਉਂਦਾ ਹੈ ਤਾਂ ਇਸ ਉੱਪਰ ਇੱਕ ਸੁਰੱਖਿਅਤ ਪਰਤ ਚੜ੍ਹਨੀ ਸ਼ੁਰੂ ਹੋ ਜਾਂਦੀ ਹੈ। ਮੁਰਗੀ ਦੇ ਆਂਡੇ ਉੱਪਰ ਦਿਖਾਈ ਦੇਣ ਵਾਲਾ ਇਹ ਕਠੋਰ ਕਵਚ ਜਾਂ ਪਰਤ ਤੋਂ ਇਹਨੂੰ ਕੀ ਕਰਦੀ ਹੈ? ਸੁਰੱਖਿਆ ਕਰਦੀ ਹੈ ਉਹਦੀ ਬੱਚੇ ਦੀ। ਜੋ ਚੂਚਾ, ਤੁਸੀਂ ਪਤਾ ਹੈ ਤੁਹਾਨੂੰ, ਮੁਰਗੇ ਦਾ ਬੱਚਾ ਹੈ, ਚੂਚਾ ਕਹਿੰਦੇ ਆ। ਤਾਂ ਕਠੋਰ ਕਵਚ ਦੇ ਪੂਰੀ ਤਰ੍ਹਾਂ ਬਣ ਜਾਣ ਤੋਂ ਬਾਅਦ ਮੁਰਗੀ ਜੋ ਹੈ ਇਸ ਅੰਡੇ ਦਾ ਵਿਸਰਜਨ ਕਰ ਦਿੰਦੀ ਹੈ, ਭਾਵ ਆਪਣੇ ਸਰੀਰ ਤੋਂ ਬਾਹਰ ਕੱਢ ਦਿੰਦੀ ਹੈ। ਮੁਰਗੀ ਦੇ ਅੰਡੇ ਤੋਂ ਚੂਚਾ ਬਣਨ ਲਈ 3 ਹਫ਼ਤੇ ਦਾ ਸਮਾਂ ਲੱਗਦਾ ਹੈ। ਸੋ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਈ ਜੀਵ ਦਿਖਾਏ ਗਏ ਹਨ। ਬਹੁਤ ਸਾਰੇ ਜੀਵ ਹਨ ਜੋ ਅੰਡੇ ਦਿੰਦੇ ਹਨ। ਉਸ ਤੋਂ ਬਾਅਦ ਹੈ ਸਾਡੇ ਕੋਲ ਕਾਇਆ ਪਰਿਵਰਤਨ। ਹੁਣ ਬੱਚਿਓ, ਸਾਨੂੰ ਪਤਾ ਹੈ ਕਿ ਜਦੋਂ ਇੱਕ ਮਨੁੱਖੀ ਮਾਂ ਦੇ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਹਦੇ ਸਾਰੇ ਅੰਗ ਵਿਕਸਿਤ ਹੋਏ ਹੁੰਦੇ ਹਨ। ਸਾਰੇ ਅੰਗ ਵਿਕਸਿਤ ਹੋ ਕੇ, ਹਾਲਾਂਕਿ ਉਹਦਾ ਆਕਾਰ ਛੋਟਾ ਹੁੰਦਾ ਹੈ, ਉਹਦੀ ਗਰੋਥ ਬਾਅਦ ਵਿੱਚ ਹੁੰਦੀ ਹੈ, ਪਰ ਸਾਰੇ ਅੱਖ, ਕੰਨ, ਮੂੰਹ, ਨੱਕ ਸਭ ਕੁਝ ਬਣਿਆ ਹੁੰਦਾ ਹੈ, ਹੱਥ ਪੈਰ ਹੁੰਦੇ ਹਨ। ਪਰ ਕੁਝ ਜੀਵ ਅਜਿਹੇ ਵੀ ਹਨ ਜੋ ਪੈਦਾ ਹੋਣ ਤੋਂ ਬਾਅਦ ਅਡਲਟ ਹੋਣ ਵਿੱਚ, ਪ੍ਰੌੜ ਹੋਣ ਵਿੱਚ, ਉਹ ਕੁਝ ਵੱਖ-ਵੱਖ ਚਰਨਾਂ 'ਚੋਂ ਹੋ ਕੇ ਗੁਜ਼ਰਦੇ ਹਨ। ਸੋ ਅਜਿਹੇ ਜੀਵਾਂ ਵਿੱਚੋਂ ਡੱਡੂ ਇੱਕ ਹੈ।
ਸੋ ਕੁਝ ਜੀਵਾਂ ਵਿੱਚ ਜਨਮ ਹੋਏ ਨਵੇਂ ਜੀਵਾਂ ਦੇ ਅੰਡੇ ਤੋਂ ਪੈਦਾ ਹੋਏ ਨਵੇਂ ਜੀਵ ਦੇ ਸਰੀਰ ਦਾ ਵਿਕਾਸ ਜਨਮ ਤੋਂ ਬਾਅਦ ਕਈ ਅਵਸਥਾਵਾਂ ਤੋਂ ਬਾਅਦ ਹੁੰਦਾ ਹੈ, ਜਿਸ ਨੂੰ ਕਾਇਆ ਪਰਿਵਰਤਨ ਆਖਦੇ ਹਨ। ਸੋ ਡੱਡੂ ਦੀ ਕਾਇਆ ਪਰਿਵਰਤਨ ਬਾਰੇ ਇਸ ਚਿੱਤਰ ਵਿੱਚ ਦਿਖਾਇਆ ਗਿਆ ਹੈ। ਸੋ ਇਹ ਹੈ ਡੱਡੂ ਦੀ ਕਾਇਆ ਪਰਿਵਰਤਨ ਦਾ ਦ੍ਰਿਸ਼। ਡੱਡੂ ਦੇ ਵਿੱਚ ਤੁਹਾਨੂੰ ਪਤਾ ਹੈ ਬਾਹਰੀ ਨਿਸ਼ੇਚਨ ਹੁੰਦਾ ਹੈ। ਅੰਡਿਆਂ ਤੋਂ ਬਾਅਦ ਦੇਖੋ ਜੋ ਇੱਕ ਨਵ ਜਨਮਿਆ ਡੱਡੂ ਹੈ, ਤੁਸੀਂ ਦੇਖ ਸਕਦੇ ਹੋ, ਉਹ ਬਿਲਕੁਲ ਪੂਰਾ ਅਡਲਟ ਡੱਡੂ ਨਹੀਂ ਹੈ, ਪ੍ਰੌੜ ਡੱਡੂ, ਜਿਹਨੂੰ ਅਡਲਟ ਮੀਨਸ ਪ੍ਰੌੜ। ਉਹਦੇ ਸਾਰੇ ਅੰਗ ਨਹੀਂ ਵਿਕਸਿਤ ਹੋਏ। ਇਸ ਆਪਾਂ ਸਟੈਪ ਨੂੰ ਕਹਿੰਦੇ ਹਾਂ ਟੈਡੋਪੋਲ, ਆਪਾਂ ਲਾਰਵਾ ਕਹਿੰਦੇ ਹਾਂ ਇਹਨੂੰ। ਸੋ ਟੈਡੋਪੋਲ ਦੀਆਂ ਵੀ ਵੱਖ-ਵੱਖ ਅਵਸਥਾਵਾਂ ਹਨ। ਅਗਲੀ ਅਵਸਥਾ ਜਿਹਦਾ ਵਿਕਾਸ ਹੋ ਗਿਆ ਹੈ, ਉਸ ਤੋਂ ਅਗਲੀ ਅਵਸਥਾ 'ਚ ਹੋਰ ਵਿਕਾਸ ਸ਼ੁਰੂ ਹੋ ਚੁੱਕਾ ਹੈ, ਅਤੇ ਉਸ ਤੋਂ ਬਾਅਦ ਅਖੀਰ 'ਤੇ ਸਾਡੇ ਕੋਲ ਡੱਡੂ ਵਿਕਸਿਤ ਹੋਇਆ ਹੈ। ਸੋ ਇਹ ਜਨਮ ਲੈਣ ਤੋਂ ਬਾਅਦ ਵੀ ਇਹਦੇ ਅੰਗਾਂ ਦਾ ਵਿਕਾਸ ਨਹੀਂ ਹੋਇਆ। ਸੋ ਅਜਿਹੀ ਕਿਰਿਆ ਵਿੱਚ ਆਪਾਂ ਕਹਿੰਦੇ ਹਾਂ ਕਿ ਕਾਇਆ ਪਰਿਵਰਤਨ ਹੋਇਆ ਹੈ। ਸੋ ਇਸ ਨੂੰ ਇੰਗਲਿਸ਼ 'ਚ ਮੈਟਾਮੋਰਫੋਸਿਸ ਆਖਦੇ ਹਾਂ। ਇਸ ਤੋਂ ਬਾਅਦ ਹੈ ਅਲਿੰਗੀ ਪ੍ਰਜਨਨ। ਅਲਿੰਗੀ ਪ੍ਰਜਨਨ ਵਿੱਚ ਕੀ ਹੈ ਕਿ ਨਰ ਜਾਂ ਮਾਦਾ ਵਿੱਚੋਂ ਦੋਵਾਂ 'ਚੋਂ ਕਿਸੇ ਦੀ ਇੱਕ ਦੀ ਹੀ ਲੋੜ ਹੁੰਦੀ ਹੈ, ਨਰ ਮਾਦਾ ਦੇ ਸੰਯੋਗ ਦੀ ਲੋੜ ਨਹੀਂ ਹੁੰਦੀ। ਇਹ ਕਿਸੇ ਦੋਵਾਂ ਦੇ ਵਿੱਚੋਂ ਕਿਸੇ ਇੱਕ ਨਾਲ ਹੀ ਇਹ ਹੋ ਜਾਂਦਾ ਹੈ। ਇਹਦੀਆਂ ਵੱਖ-ਵੱਖ ਵਿਧੀਆਂ ਹਨ। ਤੁਹਾਡੀ ਜਮਾਤ ਵਿੱਚ ਅਸੀਂ 2 ਵਿਧੀਆਂ ਦੀ ਹੀ ਗੱਲ ਕਰਾਂਗੇ। ਪਹਿਲੀ ਵਿਧੀ ਹੈ 2 ਖੰਡਨ ਵਿਧੀ। ਇਹਦੇ ਵਿੱਚ ਆਪਾਂ ਅਮੀਬਾ ਦੇ ਵਿੱਚ 2 ਖੰਡਨ ਵਿਧੀ ਨਾਲ ਪ੍ਰਜਨਨ ਦੀ ਗੱਲ ਕਰਾਂਗੇ, ਅਤੇ ਦੂਜਾ ਹੈ ਬਡਿੰਗ, ਜੋ ਹਾਈਡਰਾ ਵਿੱਚ ਉਸਦੀ ਗੱਲ ਕਰਾਂਗੇ, ਬਡਿੰਗ ਦੀ। ਸੋ ਇਸ ਤੋਂ ਇਲਾਵਾ ਵੀ ਕੁਝ ਵਿਧੀਆਂ ਹਨ, ਜਿਵੇਂ ਬਹੁਖੰਡੀ ਪ੍ਰਜਨਨ ਹੈ ਸਾਡੇ ਕੋਲ, ਤੋ ਉਹ ਵੱਡੀਆਂ ਕਲਾਸਾਂ 'ਚ ਪੜ੍ਹੋਗੇ ਤੁਸੀਂ। ਪਹਿਲਾ ਹੈ ਸਾਡੇ ਕੋਲ 2 ਖੰਡੀ ਵਿਧੀ, 2 ਖੰਡਨ, ਬਾਈਨਰੀ ਫਿਸ਼ਨ। ਸੋ ਇਹ ਇਹ ਅਮੀਬਾ ਦਾ ਚਿੱਤਰ ਦਿਖਾਇਆ ਗਿਆ ਹੈ। ਦੇਖ ਰਹੇ ਹੋ ਤੁਸੀਂ, ਅਮੀਬਾ ਤੁਹਾਨੂੰ ਪਤਾ ਹੈ ਇੱਕ ਸੈਲੀ ਜੀਵ ਹੈ। ਇੱਥੇ ਉਹਦਾ ਕੇਂਦਰਕ ਦਿਖਾਈ ਦੇ ਰਿਹਾ ਹੈ। ਇਹਦੇ ਵਿੱਚ ਕੀ ਹੁੰਦਾ ਹੈ, ਅਮੀਬਾ ਆਪਣੇ ਕੇਂਦਰਕ ਨੂੰ ਵਿਭਾਜਿਤ ਕਰਨਾ ਸ਼ੁਰੂ ਕਰਦਾ ਹੈ। ਦੇਖੋ ਉਹਦਾ ਦੂਸਰੇ ਚਿੱਤਰ ਵਿੱਚ ਉਹਦਾ ਕੇਂਦਰਕ ਜੋ ਹੈ ਖਿੱਚ ਹੋ ਰਿਹਾ ਹੈ। ਤੀਜੇ ਚਿੱਤਰ ਵਿੱਚ ਉਹਦਾ ਕੇਂਦਰਕ ਵਿਭਾਜਿਤ ਹੋ ਚੁੱਕਾ ਹੈ। ਹਜੇ ਅੰਗ ਨਹੀਂ 2 ਬਣੇ, 2 ਨਵੇਂ ਜੀਵ ਨਹੀਂ ਬਣੇ। ਉਸ ਤੋਂ ਬਾਅਦ ਆਖਰੀ ਸਟੇਜ 'ਤੇ ਅਮੀਬਾ ਟੁੱਟ ਕੇ 2 ਵੱਖਰੇ ਜੀਵ ਬਣਾ ਦਿੰਦਾ ਹੈ। ਸੋ ਇਸ ਤਰ੍ਹਾਂ ਇੱਕੋ ਜੀਵ ਤੋਂ 2 ਜੀਵ ਬਣਦੇ ਹਨ। ਸੋ ਇਸ ਤਰ੍ਹਾਂ ਪ੍ਰਜਨਨ ਅਲਿੰਗੀ ਪ੍ਰਜਨਨ ਹੈ। ਇਹ ਸਾਡੇ ਕੋਲ ਕਿਹੜੀ ਵਿਧੀ ਹੈ, ਅਮੀਬਾ ਵਿੱਚ 2 ਖੰਡਨ ਵਿਧੀ। ਸੋ ਨੈਕਸਟ ਹੈ ਸਾਡੇ ਕੋਲ ਹਾਈਡਰਾ ਵਿੱਚ ਬਡਿੰਗ। ਸੋ ਹਰੇਕ ਹਾਈਡਰਾ ਵਿੱਚ ਤੁਸੀਂ ਦੇਖ ਰਹੇ ਹੋ ਇੱਕ ਤੋਂ ਜ਼ਿਆਦਾ ਉਭਾਰ ਦਿਖ ਰਹੇ ਤੁਹਾਨੂੰ ਪਹਿਲੇ ਚਿੱਤਰ ਵਿੱਚ। ਉਸ ਤੋਂ ਬਾਅਦ ਦੂਜਾ ਚਿੱਤਰ ਹਨ, ਇਹ ਉਭਾਰ ਵਿਕਸਿਤ ਹੋ ਰਿਹਾ ਤੁਸੀਂ ਦੇਖ ਰਹੇ ਦੂਜੇ ਚਿੱਤਰ ਵਿੱਚ, ਜਿਹਨੂੰ ਆਪਾਂ ਕਲੀਆਂ ਜਾਂ ਬਰਡ ਆਖਦੇ ਹਾਂ। ਸੋ ਖਮੀਰ ਵਿੱਚ ਵੀ ਕੁਛ ਇੱਦਾਂ ਦਾ ਹੀ ਹੁੰਦਾ ਹੈ। ਤੋ ਹਾਈਡਰਾ ਵਿੱਚ ਕੀ ਆ ਕਿ ਜਿਹੜੇ ਇਕੱਲੇ ਜਣਕ ਆ ਇਹ ਕਲੀਆਂ ਹੀ ਹਨ। ਕਲੀਆਂ ਦਾ ਜਿੱਦਾਂ ਦਾ ਵਿਕਾਸ ਹੁੰਦਾ ਹੈ, ਤੁਸੀਂ ਆਖਰੀ ਸਟੇਜ 'ਤੇ ਦੇਖ ਰਹੇ ਹੋ ਇਹ ਕਲੀ ਵਿਕਸਿਤ ਹੋ ਕੇ ਵੱਖਰੀ ਹੋ ਗਈ ਹੈ। ਸੋ ਇਸ ਤਰ੍ਹਾਂ ਵੀ ਇਹ ਅਲਿੰਗੀ ਪ੍ਰਜਨਨ ਹੀ ਹੋਇਆ ਹੈ। ਤੋ ਇਸ ਤਰ੍ਹਾਂ ਦੀ ਅਲਿੰਗੀ ਪ੍ਰਜਨਨ ਦੀ ਵਿਧੀ ਨੂੰ ਆਪਾਂ ਆਖਦੇ ਹਾਂ ਬਡਿੰਗ, ਜੋ ਆਪਾਂ ਹਾਈਡਰਾ ਵਿੱਚ ਇਸ ਦੀ ਗੱਲ ਕੀਤੀ। ਸੋ ਇਹ ਸੀ ਸਾਡੇ ਕੋਲ ਜੰਤੂਆਂ ਵਿੱਚ ਪ੍ਰਜਨਨ। ਸੋ ਆਸ ਹੈ ਤੁਹਾਨੂੰ ਬਹੁਤ ਕੁਝ ਸਮਝ ਲੱਗਾ ਹੋਵੇਗਾ ਇਹਦੇ 'ਚੋਂ। ਧੰਨਵਾਦ।